ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ। ਪਹਿਲੀ ਕਹਾਣੀ। ਅਚਾਨਕ ਫੋਨ ਆਇਆ। ਨਾਲ ਦੀ ਪੁੱਛ ਰਹੀ ਸੀ, ਘਰੇ ਕਦੋਂ ਆਉਣਾ ਹੈ? ਆਖਿਆ ਕੋਈ ਪਤਾ ਨਹੀਂ। ਫਿਰ ਪੁੱਛਣ ਲੱਗੀ, ਰੋਟੀ ਖਾਧੀ ਹੈ? ਐਵੇਂ ਆਖ ਦਿੱਤਾ, ਹਾਂ ਖਾ ਲਈਏ। ਪਾਈ ਹੋਈ ਵਰਦੀ ਨਾਲੋਂ ਮੂੰਹ ਤੇ ਲਾਇਆ ਮਾਸਕ ਜ਼ਿਆਦਾ ਤੰਗ ਕਰ ਰਿਹਾ ਸੀ। ਅਚਾਨਕ ਸਾਹਮਣੇ ਵਾਲੇ ਘਰ ਦਾ ਬੂਹਾ ਖੁੱਲਿਆ। 2 ਜਵਾਕ ਸਨ। ਮੈਂ ਜ਼ੋਰ ਦੀ ਡੰਡਾ ਥੱਲੇ ਮਾਰਿਆ ਤੇ ਆਵਾਜ਼ ਦਿੱਤੀ, ਅੰਦਰ ਵੜ ਜਾਓ। ਤੁਹਾਨੂੰ ਨਹੀਂ ਪਤਾ ਕਰਫਿਊ ਲੱਗਿਆ ਹੈ? ਤੁਸੀਂ ਫੇਰ ਬਾਹਰ ਆ ਗਏ। ਪਰ ਇਹ ਸਵਾਰੋ ਨਾ ਰੁਕੇ। ਕੋਲ ਆਏ। ਪੌਣੇ ਨਾਲ ਢਕੀ ਥਾਲੀ ਫੜਾ ਦਿੱਤੀ ਤੇ ਦੂਜੇ ਨੇ ਪਾਣੀ ਦੀ ਬੋਤਲ। ਨਿੱਕੀ ਆਖਣ ਲੱਗੀ, ਮੰਮੀ ਆਖਦੀ ਸੀ ਉਹ ਸਾਹਮਣੇ ਖਲੋਤਾ ਅੰਕਲ ਸਵੇਰ ਦਾ ਡਿਊਟੀ ਦੇ ਰਿਹਾ ਹੈ, ਉਹਨੇ ਕੁਛ ਨਹੀਂ ਖਾਧਾ, ਭੁੱਖਾ ਹੈ, ਜਾਓ ਰੋਟੀ ਦਿਓ। ਮੈਂ ਪੌਣਾ ਚੁੱਕਿਆ। ਅੰਦਰ 4 ਫੁਲਕੇ, 1 ਸਬਜ਼ੀ, ਅੰਬ ਦਾ ਅਚਾਰ ਤੇ ਹੋਰ ਨਿੱਕ ਸੁੱਕ। ਤਾਜ਼ੀ ਬਣੀ ਰੋਟੀ ਦੀ ਮਿੱਠੀ ਮਿੱਠੀ ਖੁਸ਼ਬੂ ਫਿਜ਼ਾ 'ਚ ਫੈਲ ਗਈ। ਕਿੰਨੇ ਚਿਰ ਤੋਂ ਕੋਲ ਸੁੱਤਾ ਨਿੱਕਾ ਜਿਹਾ ਕਤੂਰਾ ਵੀ ਕੋਲਾ ਪੁੱਛਲ ਹਿਲਾਉਣ ਲੱਗ ਪਿਆ। ਇੱਕ ਉਹਨੂੰ ਪਾ ਦਿੱਤੀ, ਬਾਕੀ ਦੀਆਂ ਆਪ ਖਾ ਲਈਆਂ। ਭੁੱਖ ਨਾਲ ਬੁਰੀ ਤਰ੍ਹਾਂ ਪਰੇਸ਼ਾਨ 2 ਰੂਹਾਂ ਹੁਣ ਸ਼ਾਂਤ ਹੋ ਚੁੱਕੀਆਂ ਸੀ ਤੇ ਨਿੱਕੇ ਨਿੱਕੇ ਹੱਥਾਂ ਵਾਲੇ 2 ਰੱਬ ਇਨਸਾਨੀਅਤ ਦਾ ਹੋਕਾ ਦੇ ਕੇ ਵਾਪਸ ਪਰਤ ਚੁੱਕੇ ਸਨ। ਧੰਨਵਾਦ। ਅਗਲੀ ਕਹਾਣੀ। ਜਿਉਂ-ਜਿਉਂ ਖੁਦ ਦੀ ਉਮਰ ਵਧੀ ਜਾਂਦੀ ਹੈ, ਮੈਂ ਅਕਸਰ ਹੀ ਆਪਣੇ ਅਪਾਹਜ ਪੁੱਤ ਬਾਰੇ ਸੋਚਦਾ ਰਹਿੰਦਾ। ਅਖੀਰ ਇੱਕ ਦਿਨ ਕੌੜਾ ਘੁੱਟ ਕਰ ਕੈਨੇਡਾ ਵਾਲੀ ਆਪਣੀ ਅੱਧੀ ਪ੍ਰਾਪਰਟੀ ਦੀ ਵਸੀਅਤ ਧੀ ਦੇ ਨਾਮ ਤੇ ਅੱਧੀ ਉਹਦੇ ਨਾਮ ਕਰ ਦਿੱਤੀ। ਪਰ ਜਦੋਂ ਪੰਜਾਬ ਵਾਲੀ ਜੱਦੀ ਪੁਰਖੀ ਪਹਿਲੀ ਉਹਦੇ ਨਾਮ ਕਰਨ ਕਚਹਿਰੀ ਗਿਆ ਤਾਂ ਉੱਥੇ ਕਿਸੇ ਨੇ ਸਲਾਹ ਦਿੱਤੀ ਕਿ ਸਰਦਾਰ ਜੀ, ਜਦੋਂ ਤੁਸੀਂ ਅੱਖਾਂ ਮੀਟ ਗਏ ਤਾਂ ਉਸ ਵਿਚਾਰੇ ਦੇ ਕਿਸੇ ਨੇ ਪੈਰ ਨਹੀਂ ਲੱਗਣ ਦੇਣੇ। ਅੱਗੇ ਉਹ ਹੈ ਵੀ ਤਾਂ ਇੰਜ ਦਾ, ਮੇਰੀ ਮੰਨੋ ਸਾਰੀ ਧੀ ਦੇ ਨਾਮ ਹੀ ਕਰ ਦਿਓ। ਗੱਲ ਮਨ ਨੂੰ ਜੱਚ ਗਈ ਤੇ ਪੰਜਾਬ ਵਾਲਾ ਸਾਰਾ ਕੁਝ ਧੀ ਦੇ ਨਾਮ ਕਰ ਦਿੱਤਾ। ਘਰੇ ਆਇਆ, ਨੀਂਦਰ ਨਾ ਪਵੇ। ਰਾਤ ਨੂੰ ਹਮੇਸ਼ਾ ਹੀ ਮੇਰੇ ਨਾਲ ਪੈਂਦਾ ਉਹ ਅੱਜ ਮੇਰੇ ਵੱਲ ਪਿੱਠ ਜੀ ਕਰਕੇ ਸੁੱਤਾ ਪਿਆ ਸੀ। ਇੰਜ ਲੱਗੇ ਨਾਰਾਜ਼ ਹੁੰਦਾ ਆਖ ਰਿਹਾ ਹੋਵੇ ਕਿ ਪਾਪਾ ਤਹਿਸੀਲਦਾਰ ਦੀ ਫਰਦ ਵਿੱਚੋਂ ਤੇ ਭਾਵੇਂ ਤੀਜੀ ਪੀੜ੍ਹੀ ਬਾਅਦ ਨਾਮ ਗਾਇਬ ਹੁੰਦਾ ਹੋਵੇ, ਤੁਸੀਂ ਤੇ ਮੈਨੂੰ ਜਿਉਂਦੇ ਜੀ ਬੇਦਖਲ ਕਰ ਦਿੱਤਾ। ਸਾਰੀ ਰਾਤ ਉਸਲਵੱਟੇ ਲੈਂਦਿਆਂ ਹੀ ਲੰਘ ਗਈ। ਇੰਜ ਲੱਗੇ ਸਿੱਧੜੇ ਜੇ ਪੁੱਤ ਦੇ ਰਹਿੰਦੇ ਸਹਿੰਦੇ ਸਾਹ ਵੀ ਨਿਚੋੜ ਲਏ ਹੋਣ। 2-3 ਦਿਨ ਕਿਸੇ ਕੰਮ ਵਿੱਚ ਜੀ ਨਾ ਲੱਗਾ, ਨਾ ਰਾਤੀ ਨੀਂਦਰ ਹੀ ਪਈ। ਰੱਬ ਨਾਲ ਗੁੱਸੇ ਨਾਰਾਜ਼ਗੀਆਂ ਵਿੱਚ ਹੀ ਲੰਘ ਗਈ। ਰੱਬਾ, ਉਹਨੂੰ ਇੰਜ ਦਾ ਕਿਉਂ ਬਣਾਇਆ? ਅਚਾਨਕ ਇੱਕ ਦਿਨ ਇੱਕ ਸੰਸਥਾ ਰਾਹੀਂ ਪਿੱਛੇ ਇੱਕ ਪਰਿਵਾਰ ਦੀ ਦੱਸ ਪਈ। 4 ਬੱਚਿਆਂ ਦਾ ਬਾਪ ਨਾਮੁਰਾਦ ਬਿਮਾਰੀ ਕਰਕੇ ਜਹਾਨੋਂ ਕੂਚ ਕਰ ਗਿਆ ਸੀ। ਮਗਰ ਛੱਡ ਗਿਆ ਬੁੱਢੇ ਮਾਂ ਪਿਓ, ਬੰਦ ਪਈ ਦੁਕਾਨ, ਬਿਮਾਰੀ ਕਰਕੇ ਸਿਰ ਤੇ ਚੜ ਗਿਆ ਕਿੰਨਾ ਸਾਰਾ ਕਰਜ਼ਾ ਤੇ ਲੋਕਾਂ ਦੇ ਘਰਾਂ 'ਚ ਕੰਮ ਕਰਨ ਲਈ ਮਜਬੂਰ ਕਰਮਾਂ ਮਾਰੇ ਬੱਚਿਆਂ ਦੀ ਮਾਂ। ਇੰਜ ਲੱਗਿਆ ਮੇਰੇ ਅੰਦਰ ਇੱਕ ਤਾਜ਼ਾ ਖੂਨ ਦੌੜਨ ਲੱਗਾ ਹੋਵੇ। ਚੰਗੀ ਤਰ੍ਹਾਂ ਪਤਾ ਕੀਤਾ, ਪਰਿਵਾਰ ਵਾਕਈ ਲੋੜਵੰਦ ਸੀ। ਮਗਰੋਂ ਕੁਝ ਦਿਨਾਂ ਵਿੱਚ ਹੀ ਬੰਦ ਪਈ ਉਹ ਦੁਕਾਨ ਖੁੱਲ੍ਹ ਗਈ। ਸਿਰ ਤੇ ਚੜਿਆ ਕਰਜ਼ਾ ਉਤਰ ਗਿਆ। ਸਕੂਲੋਂ ਹਟ ਗਏ ਨਿਆਣੇ ਵੀ ਸਕੂਲ ਜਾਣੇ ਸ਼ੁਰੂ ਹੋ ਗਏ। ਹੁਣ ਮਨ ਨੂੰ ਇੰਨੀ ਤਸੱਲੀ ਏ ਕਿ ਤਹਿਸੀਲਦਾਰ ਦੀਆਂ ਫਰਦਾਂ ਵਿੱਚੋਂ ਭਾਵੇਂ ਤੀਜੀ ਪੀੜ੍ਹੀ ਦਾ ਨਾਮ ਕੱਟ ਦਿੱਤਾ ਜਾਂਦਾ ਹੋਵੇ, ਪਰ ਦੁਕਾਨ 'ਚ ਬੈਠੀ ਮਾਂ ਤੇ ਸਕੂਲ ਜਾਂਦੇ ਨਿਆਣਿਆਂ ਦੇ ਮੂੰਹ ਨਿਕਲਦੀਆਂ ਮਣਾ ਮੂੰਹੀ ਦੁਆਵਾਂ ਤੇ ਦੁਕਾਨ ਤੇ ਲਿਖਿਆ ਮੇਰੇ ਪੁੱਤ ਦਾ ਨਾਮ ਉਹਨੂੰ ਜਿਉਂਦਾ ਰੱਖੇਗਾ ਹਮੇਸ਼ਾ ਲਈ। ਦੋਸਤੋ, ਤੂਫਾਨ ਮਗਰੋਂ ਸਮੁੰਦਰ ਦੇ ਕੰਢੇ ਤੇ ਆ ਗਈਆਂ ਮੱਛੀਆਂ ਨੂੰ ਵਾਪਸ ਸਮੁੰਦਰ 'ਚ ਪਾਉਂਦੇ ਇੱਕ ਬਜ਼ੁਰਗ ਦਾ ਮਜ਼ਾਕ ਉਡਾਉਂਦਿਆਂ ਇੱਕ ਨੇ ਪੁੱਛਿਆ, ਬਾਬਾ ਜੀ, ਇਸ ਨਾਲ ਕੀ ਫਰਕ ਪੈ ਜੂ? ਇੱਥੇ ਤੇ ਹਜ਼ਾਰਾਂ ਹੀ ਬਾਹਰ ਤੜਪ ਰਹੀਆਂ ਨੇ। ਇੱਕ ਮੱਛੀ ਵਾਪਸ ਪਾਣੀ 'ਚ ਛੱਡਦਾ ਹੋਇਆ ਆਖਣ ਲੱਗਾ, ਬਾਕੀਆਂ ਦਾ ਤੇ ਪਤਾ ਨਹੀਂ, ਪਰ ਇਹਨੂੰ ਜ਼ਰੂਰ ਪਊ ਜਿਹਨੂੰ ਗਵਾਚੀ ਹੋਈ ਜ਼ਿੰਦਗੀ ਵਾਪਸ ਮਿਲ ਰਹੀ ਹੈ। ਅਸਲ ਵਾਪਰਿਆ ਸੱਚਾ ਵਰਤਾਰਾ। ਧੰਨਵਾਦ। ਅਗਲੀ ਕਹਾਣੀ। ਪਾਰਕ ਵਿੱਚ ਰੋਜ਼ ਸ਼ਾਮ ਬਾਬਿਆਂ ਦੀ ਢਾਣੀ 'ਚ ਬੈਠਾ ਹੋਇਆ ਗੁਰਮੁਖ ਸਿੰਘ ਜਦੋਂ ਅਕਸਰ ਹੀ ਇੰਨੀ ਗੱਲ ਆਖ ਉੱਠਦਾ ਕਿ ਹੇ ਸੱਚੇ ਪਾਤਸ਼ਾਹ, ਹਰੇਕ ਨੂੰ ਤੀਜੀ ਰੋਟੀ ਤੋਂ ਕਦੀ ਵਾਂਝਿਆ ਨਾ ਕਰੀ, ਤੇ ਚਾਰੇ ਪਾਸੇ ਹਾਸਾ ਜਿਹਾ ਪੈ ਜਾਇਆ ਕਰਦਾ। ਕੋਈ ਪੁੱਛਦਾ, ਕੀ ਗੱਲ ਗੁਰਮੁਖ ਸਿਆ, ਘਰੋਂ ਸਿਰਫ 2 ਹੀ ਮਿਲਦੀਆਂ ਨੇ? ਕੋਈ ਆਖਦਾ, ਤੀਜੀ ਖਾਣ ਸਾਡੇ ਵੱਲ ਆ ਜਾਇਆ ਕਰ। ਕੋਈ ਸਵਾਲ ਕਰਦਾ, ਇਹ ਤੀਜੀ ਰੋਟੀ ਦਾ ਚੱਕਰ ਅਖੀਰ ਹੈ ਕੀ?
ਅੱਗੋਂ ਹੱਸ ਛੱਡਿਆ ਕਰਦਾ। ਉਸ ਦਿਨ ਵੀ ਅਜੇ ਮਹਿਫਿਲ ਜੰਮਣੀ ਸ਼ੁਰੂ ਹੀ ਹੋਈ ਸੀ ਕਿ ਹਰ ਪਾਸੇ ਸन्नाटा ਜਿਹਾ ਛਾ ਗਿਆ। ਮਹਿਫਿਲ ਦੀ ਸ਼ਾਨ ਨੁੱਕਰ ਵਾਲੀ ਕੋਠੀ ਵਾਲੇ ਖੰਨਾ ਸਾਹਿਬ ਓਲਡ ਏਜ ਹੋਮ ਵਿੱਚ ਭਰਤੀ ਹੋਣ ਜਾ ਰਹੇ ਸਨ। ਕੈਨੇਡੀਅਨ ਮੁੰਡੇ ਦਾ ਆਖਣਾ ਸੀ ਕਿ ਪਾਪਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ। ਫਿਰ ਕੁਝ ਘੜੀਆਂ ਦੀ ਸੁੰਨਸਾਨ ਮਗਰੋਂ ਉਦਾਸ ਬੈਠੇ ਖੰਨਾ ਸਾਹਿਬ ਨੂੰ ਕਲਾਵੇ 'ਚ ਲੈਂਦੇ ਹੋਏ ਗੁਰਮੁਖ ਸਿੰਘ ਨੇ ਆਖਣਾ ਸ਼ੁਰੂ ਕੀਤਾ, ਆ ਜਾਓ ਦੋਸਤੋ, ਅੱਜ ਤੁਹਾਨੂੰ ਆਪਣੀ ਤੀਜੀ ਰੋਟੀ ਦਾ ਰਾਜ਼ ਦੱਸਦਾ। ਪਹਿਲੀ ਰੋਟੀ ਉਹ ਜਿਹੜੀ ਜੰਮਣ ਵਾਲੀ ਜਵਾਕ ਨੂੰ ਆਪਣੀ ਬੁੱਕਲ 'ਚ ਬਿਠਾ ਕੇ ਖਵਾਇਆ ਕਰਦੀ ਏ। ਉਸ ਨਾਲ ਢਿੱਡ ਤਾਂ ਭਰ ਜਾਂਦਾ ਪਰ ਜੀ ਕਰਦਾ ਹੈ ਕਿ ਅਜੇ ਹੋਰ ਖਾਈ ਜਾਈਏ। ਦੂਜੀ ਉਹ ਜਿਹੜੀ ਨਾਲ ਦੀ ਵੱਲੋਂ ਵੇਲੇ ਹੋਏ ਪੇੜੇ ਨਾਲ ਬਣਾਈ ਜਾਂਦੀ ਏ, ਜਿਸ 'ਚ ਅੰਤਾਂ ਦਾ ਪਿਆਰ ਤੇ ਆਪਣਾਪਨ ਭਰਿਆ ਹੁੰਦਾ ਹੈ, ਜਿਸ 'ਚੋਂ ਨਿਕਲੇ ਮੁਹੱਬਤ ਦੇ ਝਰਨੇ ਨਾਲ ਅਕਸਰ ਹੀ ਅੱਖਾਂ ਬੰਦ ਹੋ ਜਾਇਆ ਕਰਦੀਆਂ। ਤੀਜੀ ਉਹ ਜਿਹੜੀ ਨੂੰਹ ਦੇ ਰੂਪ 'ਚ ਘਰੇ ਲਿਆਂਦੀ ਧੀ ਦੇ ਹੱਥਾਂ ਦੀ ਪੱਕੀ ਹੁੰਦੀ ਏ, ਜਿਸ 'ਚ ਸਵਾਦ ਵੀ ਹੁੰਦਾ ਹੈ, ਤਸੱਲੀ ਤੇ ਸਿਦਕ ਵੀ ਝਲਕਦਾ ਹੈ, ਤੇ ਜਿਹੜੀ ਬੁਢਾਪੇ ਨੂੰ ਠੰਡੀ ਹਵਾ ਦੇ ਬੁੱਲੇ ਨਾਲ ਹਮੇਸ਼ਾ ਹੀ ਸਰਸ਼ਾਰ ਕਰ ਦਿਆ ਕਰਦੀ ਏ। ਤੇ ਚੌਥੀ ਉਹ ਹੁੰਦੀ ਹੈ ਜਿਹੜੀ ਤਨਖਾਹ ਤੇ ਰੱਖੀ ਨੌਕਰਾਣੀ ਵੱਲੋਂ ਕਾਲੀ ਕਾਲੀ ਗੁੰਨੇ ਹੋਏ ਕੱਚੇ ਪੱਕੇ ਆਟੇ ਦੀ ਬਣਾਈ ਹੋਈ ਹੁੰਦੀ ਹੈ, ਜਿਸ 'ਚ ਨਾ ਸਵਾਦ ਹੀ ਹੁੰਦਾ ਤੇ ਨਾ ਹੀ ਸਿਦਕ। ਇਹ ਐਸੀ ਰੋਟੀ ਹੁੰਦੀ ਹੈ ਜਿਹਨੂੰ ਖਾਂਦਿਆਂ ਤੀਜੇ ਥਾਂ ਵਾਲੀ ਬੜੀ ਚੇਤੇ ਆਉਂਦੀ ਹੈ। ਇੰਨੀ ਗੱਲ ਸੁਣਦਿਆਂ ਹੀ ਸਾਰਿਆਂ ਦੇ ਹੱਥ ਆਪਣੇ ਆਪ ਹੀ ਤੀਜੀ ਰੋਟੀ ਦੀ ਅਰਦਾਸ ਵਿੱਚ ਜੁੜ ਗਏ। ਅਨੁਵਾਦਕ ਹਰਪ੍ਰੀਤ ਸਿੰਘ ਜਵੰਦਾ। ਧੰਨਵਾਦ। ਅਗਲੀ ਕਹਾਣੀ। ਸੌਣ ਦੇ ਮਹੀਨੇ ਸਕੂਲੋਂ ਛੁੱਟੀ ਹੁੰਦੀ ਤਾਂ ਮੀਂਹ 'ਚ ਜਾਣ ਬੁੱਝ ਕੇ ਭਿੱਜ ਕੇ ਘਰੇ ਵੜਦੀ। ਪਤਾ ਹੁੰਦਾ ਸੀ ਕਿ ਅੱਗੋਂ ਸਰੋਂ ਦੇ ਤੇਲ ਦੀ ਮਜ਼ੇਦਾਰ ਮਾਲਿਸ਼ ਹੋਣੀ ਹੈ, ਤਿਲਾਂ ਦੇ ਗੁੜ ਦੇ ਮਜ਼ੇਦਾਰ ਲੱਡੂ ਮਿਲਣੇ ਨੇ ਤੇ ਕਦੀ-ਕਦੀ ਗੋਭੀ ਦੇ ਗਰਮ-ਗਰਮ ਪਕੌੜੇ ਤਾਂ ਪੱਕੇ ਹੀ ਹੁੰਦੇ ਸੀ। ਮਾਂ ਵੀ ਭਲੀ ਭਾਂਤ ਜਾਣਦੀ ਹੁੰਦੀ ਕਿ ਜਾਣ ਕੇ ਗਿੱਲੀ ਹੋ ਕੇ ਆਈ ਹੈ, ਪਰ ਫਿਰ ਵੀ ਚਿੱਕੜ ਹੋਈ ਵਰਦੀ ਧੋਂਦਿਆਂ ਤੇ ਗਿੱਲੀਆਂ ਕਿਤਾਬਾਂ ਸੁਕਾਉਂਦਿਆਂ ਕਦੀ ਕੋਈ ਗਿਲਾ ਨਹੀਂ, ਬਸ ਕਦੀ-ਕਦੀ ਆਖ ਦਿੰਦੀ ਕਿ ਬੇਟਾ ਸਿਆਣੇ ਬਣੀਦਾ ਹੈ, ਮਾਵਾਂ ਤੋਂ ਬਗੈਰ ਕੋਈ ਨਹੀਂ ਸਹਿੰਦਾ ਇਹ ਨਖਰੇ। ਤੇ ਕਦੀ-ਕਦੀ ਸਕੂਲੋਂ ਕਿਸੇ ਗੱਲੋਂ ਨਾਰਾਜ਼ ਹੋਈ ਨੇ ਘਰੇ ਆਉਣਾ ਤਾਂ ਬਸਤਾ ਵਗਾ ਕੇ ਮਾਰਨਾ ਤੇ ਫਿਰ ਗੁੱਸਾ ਮਾਂ ਤੇ ਜਾਂ ਫਿਰ ਰੋਟੀ ਤੇ ਕੱਢਣਾ, ਆਖਣਾ ਮੈਂ ਨਹੀਂ ਖਾਣੀ ਰੋਟੀ ਐਵੇਂ ਹੀ ਕਹਿ ਦੇਣਾ ਕਿ ਸਬਜ਼ੀ 'ਚ ਲੂਣ ਜ਼ਿਆਦਾ ਹੈ ਜਾਂ ਫਿਰ ਰੋਟੀ ਪਾਸਿਓਂ ਸੜੀ ਹੋਈ ਏ ਤੇ ਹੋਰ ਵੀ ਲੱਖ ਨਖਰੇ। ਅੱਗੋਂ ਚੁੰਨੀ ਨਾਲ ਮੂੰਹ ਪੂੰਝਦੀ ਮਾਂ ਨੇ ਕਈ ਹੋਰ ਆਪਸ਼ਨਾਂ ਸਾਹਮਣੇ ਢੇਰੀ ਕਰ ਦੇਣੀਆਂ। ਚੂਰੀ ਕੁੱਟ ਦਿੰਨੀਆਂ, ਗੁੜ ਵਾਲੇ ਮਿੱਠੇ ਚੌਲ ਰਿੰਨ ਦਿੰਨੀਆਂ, ਆਲੂਆਂ ਵਾਲੇ ਪਰਾਂਠੇ ਖਾ ਲੈ ਮੇਰੀ ਧੀ। ਉਹਨੇ ਨਖਰੇ ਸਹਿੰਦੀ ਰਹਿਣਾ ਤੇ ਮੈਂ ਕਰਦੀ ਰਹਿਣਾ। ਫਿਰ ਗੁੱਸਾ ਕੱਢਣ ਲਈ ਆਖ ਦੇਣਾ, ਨਹੀਂ ਮੈਂ ਨਾਲ ਦੀ ਗਲੀ ਦੀ ਨੁੱਕਰ ਤੇ ਲੱਗੀ ਰੇਹੜੀ ਤੇ ਸਮੋਸੇ ਖਾਣੇ ਆ। ਸਿਖਰ ਦੁਪਹਿਰੇ ਅੱਧਾ ਕਿਲੋਮੀਟਰ ਦੀ ਵਾਟ ਤੁਰ ਮੁੜਕੋ ਮੁੜਕੀ ਹੋਈ ਨੇ ਉਹ ਵੀ ਲਿਆ ਦੇਣੇ। ਫਿਰ ਆਖਣਾ ਚੱਲ ਘੜੀ ਸੌਂ ਜਾ, ਥੱਕੀ ਹੋਏਗੀ, ਪੱਖੀ ਝੱਲ ਦਿੰਨੀ ਆ। ਤੇ ਜਦੋਂ ਉੱਠਣਾ ਤਾਂ ਚਾਹ ਦਾ ਕੱਪ ਤੇ ਪਾਰਲੇ ਦੇ ਬਿਸਕਿਟ ਸਰਾਣੇ ਦੇਖ ਰੂਹ ਬਾਗੋ ਬਾਗ ਹੋ ਜਾਣੀ। ਪਰ ਸੜ ਜਾਏ ਮੇਰੀ ਜ਼ੁਬਾਨ, ਕਦੀ ਧੰਨਵਾਦ ਨਾ ਕਰਨਾ ਤੇ ਨਾ ਹੀ ਕਦੀ ਜੱਫੀ ਜਾ ਪਾਉਣੀ। ਬਸ ਇਹੀ ਸੋਚਣਾ ਕਿ ਮਾਂ ਇੱਥੇ ਹੀ ਤੇ ਹੈ, ਕਿਹੜੀ ਕਿਤੇ ਭੱਜੀ ਜਾ ਰਹੀ ਹੈ, ਕਰ ਦਿਆਂਗੀ ਸ਼ੁਕਰੀਆ। ਪਰ ਅੱਜ ਤੁਰ ਗਈ ਨੂੰ ਸਾਲ ਹੋ ਗਿਆ ਹੈ। ਨਵੀਂ ਲਿਆਂਦੀ ਮਾਂ ਮੇਰੇ ਹਾਣ ਦੀ ਇਸੇ ਸ਼ਸ਼ੋਪਨ 'ਚ ਰਹਿੰਦੀ ਹਾਂ ਕਿ ਮਾਂ ਆਖਾਂ ਕਿ ਨਾਮ ਲੈ ਕੇ ਬੁਲਾਵਾਂ। ਇੱਕ ਦਿਨ ਨਾਮ ਲੈ ਲਿਆ ਤਾਂ ਬਦਲਿਆ ਹੋਇਆ ਬਾਪ ਗਲ ਪੈ ਗਿਆ। ਫਿਰ ਕਦੀ ਨਜ਼ਰ ਨਹੀਂ ਮਿਲਾਈ ਉਸ ਨਾਲ। ਅੱਗੋਂ ਆਉਂਦੀ ਤਾਂ ਰਾਹ ਬਦਲ ਲੈਂਦੀ, ਉਹ ਵੀ ਬੜੀ ਪੱਕੀ ਪੀਠੀ, ਆਪ ਮੂੰਹੋਂ ਕੁਝ ਨਾ ਕਹਿੰਦੀ ਪਰ ਹੌਲੀ ਜੀ ਜਾਂ ਬਾਪ ਦੇ ਕੰਨ 'ਚ ਫੂਕ ਮਾਰ ਦਿੰਦੀ ਤੇ ਫਿਰ ਜੋ ਹੁੰਦਾ ਉਹ ਸਿਰਫ ਮੈਂ ਜਾਣਦੀ ਤੇ ਜਾਂ ਫਿਰ ਮੇਰਾ ਰੱਬ। ਪਰ ਮੇਰੇ ਲਈ ਸਭ ਤੋਂ ਔਖਾ ਅਹਿਸਾਸ ਇਹ ਸੀ ਕਿ ਹੁਣ ਸਿਰ 'ਚ ਤੇਲ ਝੱਸਣ ਵਾਲਾ ਕੋਈ ਨਹੀਂ ਸੀ ਤੇ ਨਾ ਹੀ ਕਿਸੇ ਨੇ ਸਰੋਂ ਦੇ ਤੇਲ ਦੀ ਮਾਲਿਸ਼ ਕੀਤੀ। ਸਮੋਸਿਆਂ ਵਾਲੀ ਗਲੀ 'ਚੋਂ ਤੇ ਲੰਘਣਾ ਹੀ ਬੰਦ ਕਰ ਦਿੱਤਾ। ਹੋਰ ਕਈ ਪਕਵਾਨ ਖਾਧੇ ਮੁੱਦਤਾਂ ਹੋ ਗਈਆਂ। ਅੱਜ ਪਤਾ ਲੱਗਾ ਕਿ ਕਿੰਨਾ ਔਖਾ ਸੀ ਪੋਚਾ ਲਾਉਣਾ, ਝਾੜ ਪੂੰਝ ਕਰਨੀ, ਸਫਾਈਆਂ ਕਰਨੀਆਂ। ਕਦੀ ਕੰਧ ਤੇ ਟੰਗੀ ਫੋਟੋ ਫਰੇਮ 'ਚ ਹੱਸਦੀ ਹੋਈ ਤੇ ਬੜਾ ਗੁੱਸਾ ਆਉਂਦਾ ਤੇ ਉਹ ਲਾਮਾ ਦੇ ਦਿੰਦੀ ਕਿ ਜੇ ਇੰਨੀ ਛੇਤੀ ਇੰਨੀ ਦੂਰ ਤੁਰ ਜਾਣਾ ਸੀ ਤਾਂ ਮੈਨੂੰ ਕੱਲਿਆਂ ਕਿਉਂ ਛੱਡਿਆ। ਹੁਣ ਕਈ ਸਾਲਾਂ ਬਾਅਦ ਖੁਦ ਮਾਂ ਬਣ ਗਈਆਂ, ਆਪਣੇ ਬੱਚਿਆਂ ਦੀ ਵੀ ਤੇ ਆਪਣੇ ਬੁੱਢੇ ਬਾਪ ਦੀ ਵੀ। ਮੇਰੇ ਹਾਣ ਦੀ ਇੱਕ ਦਿਨ ਕਿਸੇ ਹੋਰ ਨਾਲ ਤੁਰ ਗਈ ਤੇ ਬਿਮਾਰੀ ਦਾ ਭੰਨਿਆ ਬਾਪ ਮੇਰੀਆਂ ਬਰੂਹਾਂ ਤੇ ਆ ਡਿੱਗਾ।
ਪਰ ਉਹ ਅਜੇ ਵੀ ਫੋਟੋ ਫਰੇਮ 'ਚ ਹੱਸਦੀ ਹੋਈ ਮੇਰੇ ਵੱਲ ਤੱਕਦੀ ਰਹਿੰਦੀ ਹੈ। ਪਰ ਮੇਰੀ ਜ਼ਿੰਦਗੀ 'ਚ ਹੱਡ ਮਾਸ ਦੀ ਤੁਰੀ ਫਿਰਦੀ ਨਖਰੇ ਸਹਿੰਦੀ ਮਾਂ ਸਿਰਫ ਇੱਕ ਵਾਰੀ ਆਈ ਸੀ, ਉਹ ਵੀ ਥੋੜੇ ਚਿਰ ਲਈ। ਕਦੀ-ਕਦੀ ਫੇਰ ਨਿਆਣੀ ਬਣ ਕੇ ਬੁੱਕਲ 'ਚ ਸੌਣ ਨੂੰ ਚਿੱਤ ਕਰਦਾ ਹੈ, ਪਰ ਇੱਕ ਵਾਰ ਪੁਲ ਹੇਠੋਂ ਲੰਘਿਆ ਪਾਣੀ ਦੁਬਾਰਾ ਕਿੱਥੇ ਮੁੜਦਾ ਹੈ। ਧੰਨਵਾਦ। ਅਗਲੀ ਕਹਾਣੀ। ਪ੍ਰੀਤੀ ਸਪਰੂ ਵਾਲੀ ਯਾਰੀ ਜੱਟ ਦੀ ਮੈਂ ਸ਼ਾਇਦ 5 ਵਾਰੀ ਵੇਖੀ ਹੋਣੀ ਹੈ। 3 ਵਾਰ ਅੰਮ੍ਰਿਤਸਰ ਸਿਨੇਮੇ 'ਚ ਤੇ 2 ਵਾਰ VCR ਤੇ। ਸ਼ੀਸ਼ੇ ਮੂਹਰੇ ਆਪਣੀ ਥਾਂ ਮੈਨੂੰ ਹਮੇਸ਼ਾ ਉਹੀ ਖਲੋਤੀ ਨਜ਼ਰ ਆਉਂਦੀ, ਐਸਾ ਜਨੂਨ ਕੇ ਵਾਲ, ਗੁੱਤ, ਜੁੱਤੀ, ਸੂਟ, ਸਟਾਈਲ, ਬੋਲਣ, ਨੱਚਣ, ਗਾਉਣ, ਸਾਰਾ ਕੁਝ ਬਸ ਉਂਝ ਦਾ ਹੀ ਕਰਿਆ ਕਰਦੀ। ਮੈਨੂੰ ਲੱਗਾ ਕਿ ਕਾਲਜ ਦੇ ਫੈਂਸੀ ਡਰੈਸ ਤੇ ਮਿਸ ਨਖਰੇ ਦੇ ਮੁਕਾਬਲੇ 'ਚ ਮਿਲਿਆ ਪਹਿਲਾ ਇਨਾਮ ਵੀ ਉਸੇ ਦੀ ਰੀਸ ਕਰਕੇ ਜਿੱਤਿਆ ਗਿਆ ਸੀ। ਮੇਰੀ ਭੂਆ ਵਿਆਹ ਮਗਰੋਂ 1 ਸਾਲ ਦੇ ਅੰਦਰ ਅੰਦਰ ਇੰਨੀ ਭਾਰੀ ਹੋ ਗਈ ਕਿ ਪਛਾਣ 'ਚ ਨਾ ਆਇਆ ਕਰੇ। ਉਸ ਬਾਰੇ ਹੁੰਦੀ ਖੁਸਰ ਫੁਸਰ ਅਕਸਰ ਕੰਨੀ ਪੈਂਦੀ ਰਹਿੰਦੀ। ਕਈ ਆਖਦੀਆਂ ਕਿ ਨਿਆਣਾ ਜੰਮਣ ਮਗਰੋਂ ਤੀਵੀਂ ਅਕਸਰ ਹੀ ਭਾਰੀ ਹੋ ਜਾਂਦੀ ਹੈ। ਆਪਣੇ ਬਾਰੇ ਵੀ ਇੰਝ ਸੋਚਦੀ ਰਹਿੰਦੀ ਕਿ ਮੈਂ ਵੀ ਇੰਝ ਦੀ ਹੋ ਜਾਵਾਂਗੀ। ਹੁਣ ਹਰ ਪਾਸੇ ਹੁੰਦੀਆਂ ਸਿਫਤਾਂ, ਰੰਗ, ਰੂਪ, ਸੁਹੱਪਣ, ਨਖਰਾ, ਅਦਾਵਾਂ, ਬਾਹਰੀ ਦਿੱਖ, ਕਿ ਸਭ ਕੁਝ 1 ਸਾਲ 'ਚ ਹੀ ਖਤਮ ਹੋ ਜਾਏਗਾ। ਮਨ ਵਿੱਚ ਹਮੇਸ਼ਾ ਉਧੇੜ ਬੁਣ ਚੱਲਦੀ ਰਹਿੰਦੀ। ਅੱਵਲ ਤੇ ਛੇਤੀ ਵਿਆਹ ਹੀ ਨਹੀਂ ਕਰਾਉਣਾ, ਤੇ ਜੇ ਕਰਵਾ ਵੀ ਲਿਆ ਤੇ ਨਿਆਣਾ ਨਹੀਂ ਕਰਨਾ, ਤੇ ਜੇ ਕਿਸੇ ਜ਼ਿਆਦਾ ਜ਼ੋਰ ਪਾਇਆ ਤਾਂ ਇੱਕ ਮੁੰਡਾ ਜੰਮ ਹੱਥ ਖੜੇ ਕਰ ਦੇਣੇ। ਪਰ ਸਾਰਾ ਕੁਝ ਧਰਿਆ ਧਰਾਇਆ ਹੀ ਰਹਿ ਗਿਆ। ਪਤਾ ਹੀ ਨਾ ਲੱਗਾ ਜਦੋਂ ਹਸਪਤਾਲ ਪਈ ਨੂੰ ਹੋਸ਼ ਆਇਆ ਤਾਂ ਕੋਲ ਇੱਕ ਨਿੱਕਾ ਜਿਹਾ ਜੀ ਪਿਆ ਸੀ। ਕੋਲ ਫਿਰਦੀ ਨਰਸ ਨੂੰ ਸਵਾਲ ਕੀਤਾ, ਮੁੰਡਾ ਕਿ ਕੁੜੀ? ਉਹਦਾ ਜਵਾਬ ਸੁਣ ਸਾਰੇ ਸੁਪਨੇ ਢਹਿ ਢੇਰੀ ਹੋ ਗਏ। ਹੁਣ ਮੁੰਡੇ ਲਈ ਇੱਕ ਚਾਂਸ ਹੋਰ ਲੈਣਾ ਪਊ। ਦੁੱਧ ਚੁੰਘਾਉਣਾ, ਪੋਤੜੇ ਬਦਲਣੇ, ਹੋਰ ਵੀ ਕਿੰਨਾ ਕੁਝ। ਸ਼ੀਸ਼ੇ ਵਾਲੀ ਸੋਹਣੀ ਜਿਹੀ ਫਿਲਮੀ ਪ੍ਰੀਤੀ ਸਪਰੂ ਮੈਨੂੰ ਆਪਣੇ ਆਪ ਤੇ ਹੱਸਦੀ ਹੋਈ ਲੱਗੀ। ਮੈਨੂੰ ਆਪਣੇ ਆਪ ਨਾਲ ਨਫ਼ਰਤ ਜੀ ਹੋ ਗਈ। ਉਹ ਰੋਂਦੀ ਤਾਂ ਵੀ ਨਾ ਚੁੱਕਿਆ ਕਰਦੀ। ਜਦੋਂ ਨਰਸਾਂ ਆਖਿਆ ਆਪਣਾ ਦੁੱਧ ਚੁੰਘਾਉਣਾ ਪੈਣਾ ਤਾਂ ਸਾਫ਼ ਨਾ ਕਰ ਦਿੱਤੀ। ਇੰਜ ਲੱਗਾ ਕਿਸੇ ਨੇ ਸੁਪਨਿਆਂ ਦੇ 7ਵੇਂ ਅਸਮਾਨ ਤੋਂ ਹੇਠਾਂ ਪਟਕ ਦਿੱਤਾ ਹੋਵੇ। ਖੈਰ, ਸਮਾਂ ਆਪਣੀ ਚਾਲੇ ਤੁਰਦਾ ਗਿਆ। ਮੇਰੇ ਸੁਭਾਅ 'ਚ ਵੀ ਕਿੰਨਾ ਫਰਕ ਆ ਗਿਆ ਸੀ। ਗੱਲ ਤੇ ਗੁੱਸਾ ਆ ਜਾਂਦਾ। ਮਾਂ ਨਾਲ ਵੀ ਲੜ ਪਿਆ ਕਰਦੀ। ਮੈਨੂੰ ਚੰਗੀ ਥਾਂ ਨਹੀਂ ਵਿਆਹਿਆ, ਪਰ ਨਾਲ ਦਾ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਸੀ। ਰੰਗ ਦਾ ਪੱਕਾ ਜ਼ਰੂਰ ਸੀ, ਪਰ ਸੁਭਾਅ ਦਾ ਇਦਾਂ ਕਿ ਭਾਵੇਂ ਘਿਓ ਦਾ ਘੜਾ ਵੀ ਕਿਉਂ ਨਾ ਡੁੱਲ ਜਾਏ, ਮੱਥੇ ਵੱਟ ਨਾ ਪਾਉਣਾ। ਮੇਰੀ ਧੀ ਨੇ ਵੀ ਸ਼ਾਇਦ ਮੇਰਾ ਸੁਭਾਅ ਪਾ ਲਿਆ ਸੀ। ਕਦੇ ਵੀ ਨਾ ਰੋਂਦੀ, ਬਸ ਆਰਾਮ ਨਾਲ ਪਈ ਰਹਿੰਦੀ, ਆਪੇ ਹੱਸ ਪੈਂਦੀ। ਭੁੱਖੀ ਵੀ ਹੁੰਦੀ ਤਾਂ ਵੀ ਚੁੱਪਚਾਪ ਮੇਰੇ ਵੱਲ ਵੇਖਦੀ ਰਹਿੰਦੀ। ਅਖੀਰ ਉਸ ਨਾਲ ਮੋਹ ਜਿਹਾ ਪੈਣਾ ਸ਼ੁਰੂ ਹੋ ਗਿਆ। ਇੰਨੇ ਵਰ੍ਹਿਆਂ ਮਗਰੋਂ ਜਦੋਂ ਅੰਮ੍ਰਿਤਸਰ ਇੱਕ ਹੋਟਲ 'ਚ ਵਿਆਹ ਤੇ ਪ੍ਰੀਤੀ ਸਪਰੂ ਦਿਸ ਪਈ ਤਾਂ ਕੋਈ ਖਾਸ ਹੈਰਾਨੀ ਨਾ ਹੋਈ। ਹੁਣ ਉਹਨੂੰ ਮਿਲਣ ਦੀ ਖਿੱਚ ਜਿਹੀ ਵੀ ਜਾਂਦੀ ਰਹੀ। ਪਹਿਲੀ ਨਜ਼ਰੇ ਪਛਾਣੀ ਨਾ ਗਈ। ਫਿਲਮ ਵਿੱਚ ਦਿਸਦੀ ਦੁਨੀਆ ਤੇ ਅਸਲ ਜ਼ਿੰਦਗੀ 'ਚ ਕਿੰਨਾ ਫਰਕ ਹੁੰਦਾ ਅੱਜ ਪਤਾ ਲੱਗਾ। ਅਚਾਨਕ ਨਜ਼ਰ ਪਈ। ਮਾਂ ਮਾਸੀਆਂ ਦਾ ਕਿਸੇ ਗੱਲੋਂ ਹਾਸਾ ਨਹੀਂ ਸੀ ਬੰਦ ਹੋ ਰਿਹਾ। ਕੋਲ ਗਈ ਤਾਂ ਪਤਾ ਲੱਗਾ ਕਿ ਇੱਕ ਪਰਿਵਾਰ ਮੇਰੇ ਰਿਸ਼ਤੇ ਵੱਲੋਂ ਪੁੱਛਦਾ ਸੀ। ਜਦੋਂ ਪਤਾ ਲੱਗਾ 2 ਬੱਚਿਆਂ ਦੀ ਮਾਂ ਹੈ ਤਾਂ ਸ਼ਰਮਿੰਦੇ ਹੋਏ ਮੁੜ ਕਿਧਰੇ ਵੀ ਨਾ ਦਿਸੇ। ਅਖੀਰ 'ਚ ਸਿਰਫ ਇੰਨੀ ਗੱਲ, ਅਸਲ ਜ਼ਿੰਦਗੀ ਫਿਲਮਾਂ ਵਾਲੀ ਸਨਸਨੀਖੇਜ਼ ਮੋੜਾਂ ਨਾਲੋਂ ਬਹੁਤ ਹੀ ਜ਼ਿਆਦਾ ਵੱਖਰੀ ਹੁੰਦੀ ਏ। ਇਹ ਕਹਾਣੀ ਅੱਗੇ ਜਾ ਕੇ ਕਿਹੜਾ ਰੂਪ ਅਖਤਿਆਰ ਕਰੇਗੀ, ਇਹ ਸਭ ਕੁਝ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਲੜ ਲੱਗਾ ਇਨਸਾਨ ਕਿਸ ਬਿਰਤੀ ਦਾ ਮਾਲਕ ਹੈ। ਜ਼ਰੂਰੀ ਨਹੀਂ ਕਿ ਨਿਆਣੇ ਜੰਮਣ ਤੋਂ ਬਾਅਦ ਬਾਹਰੀ ਸਰੂਪ ਹਮੇਸ਼ਾ ਬੇਢਬਈ ਹੋ ਜਾਂਦੇ ਹੈ। ਕਈ ਵਾਰ ਤੁਹਾਡੇ ਅੰਦਰੋਂ ਨਿਕਲੀਆਂ ਹੱਡ ਮਾਸ ਦੀਆਂ ਖੂਬਸੂਰਤ ਬੋਟੀਆਂ ਤੁਹਾਨੂੰ ਸਰੀਰਕ ਤੇ ਮਾਨਸਿਕ ਦੋਹਾਂ ਰੂਪਾਂ 'ਚ ਅੱਗੇ ਨਾਲੋਂ ਹੋਰ ਵੀ ਮਜ਼ਬੂਤ ਤੇ ਖੂਬਸੂਰਤ ਬਣਾ ਦਿੰਦੀਆਂ ਨੇ। ਧੰਨਵਾਦ। ਅਗਲੀ ਕਹਾਣੀ। ਅਜੀਬ ਸੁਭਾਅ ਦਾ ਮਾਲਕ ਸੀ ਮੇਰਾ ਬਾਪ। ਭਾਵੇਂ ਕਿੱਡੀ ਵੱਡੀ ਮੁਸ਼ਕਿਲ ਕਿਉਂ ਨਾ ਆ ਪਵੇ, ਹਮੇਸ਼ਾ ਹੱਸਦਾ ਰਹਿੰਦਾ। ਇੰਜ ਲੱਗਦਾ ਜਿੱਦਾਂ ਔਕੜਾਂ ਨੂੰ ਮਖੌਲ ਕਰਨੇ ਉਹਦਾ ਪੁਰਾਣਾ ਸ਼ੌਕ ਸੀ। ਰਿਸ਼ਤੇਦਾਰ ਅਕਸਰ ਹੀ ਆਖ ਦਿੰਦੇ ਕਿ ਗੁਰਮੁਖ ਸਿਆਂ ਹੈ ਤਾਂ ਤੂੰ ਮੰਡੀਕਰਨ ਬੋਰਡ ਦਾ ਮਾਮੂਲੀ ਜਿਹਾ ਕਲਰਕ ਤੇ ਨਿਆਣੇ ਅਫਸਰਾਂ ਦੇ ਬਰੋਬਰ ਮਹਿੰਗੇ ਸਕੂਲ ਵਿੱਚ। ਅੱਗੋਂ ਗੁਰਬਾਣੀ ਦੇ ਹਵਾਲੇ ਦੇ ਕੇ ਚੁੱਪ ਕਰਵਾ ਦਿਆ ਕਰਦਾ। ਅਖੇ ਸਾਰੇ ਕੋਈ ਤਾਂ ਬੰਦੋਬਸਤ ਉਹੀ ਕਰਦਾ। ਕੋਈ ਵੱਡਾ ਖਰਚਾ ਪੈ ਜਾਂਦਾ ਤਾਂ ਮੈਂ ਵੀ ਅਕਸਰ ਉਸ ਨਾਲ ਲੜ ਪਿਆ ਕਰਦੀ। ਆਖਦੀ, ਪਾਪਾ ਜੀ ਜੇ ਵਾਰਾ ਨਾ ਖਾਂਦਾ ਤਾਂ ਸਾਨੂੰ ਐਡੇ ਮਹਿੰਗੇ ਸਕੂਲ 'ਚ ਕਿਉਂ ਪਾਇਆ? ਮੈਨੂੰ ਕਲਾਵੇ 'ਚ ਲੈ ਕੇ ਚੁੱਪ ਕਰਵਾ ਦਿੰਦਾ। ਅਗਲੇ ਦਿਨ ਪਤਾ ਨਹੀਂ ਕਿਧਰੋਂ ਪੈਸਿਆਂ ਦਾ ਬੰਦੋਬਸਤ ਹੋਇਆ ਹੁੰਦਾ।
ਅਜੀਬ ਸਕੂਨ ਤੇ ਮਿੱਠਾ ਜਿਹਾ ਨਿੱਘ ਹੁੰਦਾ ਸੀ ਉਹਦੀ ਬੁੱਕਲ ਦਾ, ਜਿਹਦੀ ਕੀਮਤ ਉਹਦੇ ਜੀਂਦੇ ਜੀ ਮੈਥੋਂ ਨਾ ਪਾਈ ਗਈ। ਫਿਰ ਇੱਕ ਦਿਨ ਉਹ ਚਲਾ ਗਿਆ ਚੁੱਪ ਚੁਪੀਤੇ, ਬਿਨਾਂ ਦੱਸਿਆ। ਲਾਂਬੂ ਲਾਉਣ ਲੱਗੇ ਤਾਂ ਉਹਦੇ ਉੱਪਰ ਪੈ ਗਈ, ਅਖੇ ਕੁਝ ਸਵਾਲ ਪੁੱਛਣੇ ਨੇ, ਇੰਜ ਨਹੀਂ ਜਾਣ ਦੇਣਾ। ਲੋਕ ਆਖਣ ਕਮਲੀ ਹੋ ਗਈ, ਇਹਨੂੰ ਪਾਣੀ ਪਿਆਓ। ਨਿੱਕੇ ਭੈਣ ਭਰਾਵਾਂ ਦੀ ਖਾਤਰ ਪੜ੍ਹਾਈ ਅੱਧ ਵਿਚਾਲੇ ਛੱਡ ਮੰਡੀਕਰਨ ਮਹਿਕਮੇ 'ਚ ਨੌਕਰੀ ਕਰਨੀ ਪੈ ਗਈ। ਇੱਕ ਪੱਲੇਦਾਰ ਦਾ ਮੁੰਡਾ ਕਾਫੀ ਦਿਨਾਂ ਤੋਂ ਬਿਮਾਰ ਸੀ। ਹਸਪਤਾਲ ਉਹਦੀ ਹਾਲਤ ਵੇਖ ਹਰ ਪੱਖੋਂ ਇਮਦਾਦ ਕੀਤੀ। ਸਾਰੀ ਜਮ੍ਹਾਂ ਪੂੰਜੀ ਤੱਕ ਮੁੱਕ ਗਈ, ਪਰ ਫਰਕ ਨਾ ਪਿਆ। ਅਜੇ 25-30 ਹਜ਼ਾਰ ਦੀ ਹੋਰ ਲੋੜ ਸੀ। ਰਾਤੀ ਮੰਜੇ ਤੇ ਪਈ ਰੋਈ ਜਾਵਾਂ। ਉਸ ਰਾਤ ਰੱਬ ਨਾਲ ਵੀ ਬੜਾ ਲੜੀ, ਠੀਕ ਉਸੇ ਤਰ੍ਹਾਂ ਜਿੱਦਾਂ ਕਿਸੇ ਵੇਲੇ ਬਾਪ ਨਾਲ ਲੜਿਆ ਕਰਦੀ ਸੀ। ਅਖੇ ਜੇ ਮੇਰੀ ਔਕਾਤ ਨਹੀਂ ਸੀ ਤਾਂ ਐਡੇ ਨਰਮ ਦਿਲ ਦੀ ਮਾਲਕਣ ਕਿਉਂ ਬਣਾਇਆ, ਹਰੇਕ ਤੇ ਤਰਸ ਕਿਉਂ ਕਰ ਲੈਂਦੀ ਆ। ਫਿਰ ਉਸ ਰਾਤ ਸੁਪਨੇ 'ਚ ਬਾਪੂ ਜੀ ਵੀ ਆਇਆ, ਉਸੇ ਤਰ੍ਹਾਂ ਹੱਸਦਾ, ਕਲਾਵੇ 'ਚ ਲੈ ਕੇ ਲਾਡ ਪਿਆਰ ਕਰਦਾ ਹੋਇਆ। ਅਗਲੇ ਦਿਨ ਢੈਂਦੀ ਕਲਾਂ 'ਚ ਹਸਪਤਾਲ ਪੁੱਜੀ। ਕੁਲੀਗ ਨਸਿਆ ਆਇਆ। ਅਖੇ ਸੋਸ਼ਲ ਮੀਡੀਆ ਤੇ ਪਾਈ ਵੀਡੀਓ ਮਗਰੋਂ ਬਾਹਰੋਂ ਕਿਸੇ NGO ਨੇ 50,000 ਅਕਾਊਂਟ 'ਚ ਪਾ ਦਿੱਤੇ। ਇਤਬਾਰ ਜਿਹਾ ਨਾ ਆਵੇ। ਉੱਥੇ ਭੁੰਜੀ ਬੈਠ ਗਈ। ਪਰਸ 'ਚੋਂ ਫੋਟੋ ਕੱਢ ਕਿੰਨੀ ਚਿਰ ਵੇਖਦੀ ਰਹੀ। ਜ਼ਰੂਰ ਇਸੇ ਕਰਕੇ ਹੀ ਪਈ ਹੋਣੀ ਹੈ ਕਰਾਮਾਤ, ਜ਼ਰੂਰ ਇਸੇ ਕਰਕੇ ਹੀ ਹੋਈ ਹੋਣੀ ਹੈ ਕਰਾਮਾਤ। ਇੰਨੇ ਵਰਿਆਂ ਮਗਰੋਂ ਸਿਰਫ ਇੰਨਾ ਹੀ ਆਖਾਂਗੀ, ਜ਼ਿੰਦਗੀ ਦੇ ਕਿਸੇ ਮੋੜ ਉੱਤੇ ਜਦੋਂ ਬਿਲਕੁਲ ਇਕੱਲੇ-ਕਾਰੇ ਰਹਿ ਜਾਓ ਤਾਂ ਰੱਬ ਨਾਲ ਇੱਕ ਵਾਰ ਲੜਾਈ ਜ਼ਰੂਰ ਕਰਕੇ ਵੇਖ ਲਿਆ ਜੇ। ਯਕੀਨ ਮੰਨਿਓ, ਉਹਦੀ ਬੁੱਕਲ 'ਚ ਵੀ ਬਾਪ ਦੇ ਕਲਾਵੇ ਜਿੰਨਾ ਹੀ ਨਿੱਘ ਹੁੰਦਾ ਹੈ। ਧੰਨਵਾਦ। ਅਗਲੀ ਕਹਾਣੀ। ਨਿੱਕੇ ਹੁੰਦਿਆਂ ਛੁੱਟੀਆਂ 'ਚ ਕਾਦੀਆਂ ਲਾਗੇ ਨਾਨਕਾ ਪਿੰਡ ਮੇਰੇ ਲਈ ਸਵਰਗ ਹੋਇਆ ਕਰਦਾ। ਮੈਂ ਆਪਣੀ ਮਾਮੀ ਕਦੇ ਵੀ ਨਹੀਂ ਸੀ ਵੇਖੀ। ਬਹੁਤ ਪਹਿਲਾਂ ਦੂਜੇ ਪੁੱਤ ਦੇ ਜਣੇਪੇ ਵੇਲੇ ਖਤਮ ਹੋ ਗਈ ਸੀ। ਬਰਾਦਰੀ ਰਿਸ਼ਤੇਦਾਰੀ ਬੜਾ ਜ਼ੋਰ ਪਾਇਆ, ਪਰ ਮਾਮੇ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ। 2 ਬੱਚੇ ਮੇਰੀ ਨਾਨੀ ਨੇ ਪਾਲੇ ਸਨ। ਮਾਮਾ ਮੇਰਾ ਬੜਾ ਹੀ ਜ਼ਿਆਦਾ ਚਾਅ ਕਰਿਆ ਕਰਦਾ। ਜਦੋਂ ਵੀ ਨਾਨਕੇ ਰਹਿਣ ਜਾਂਦੀ ਤਾਂ ਰੋਟੀ ਪਾਣੀ, ਗੰਨੇ, ਗੁੜ, ਤਿਲਾਂ ਵਾਲੇ ਲੱਡੂ, ਸਰੋਂ ਦਾ ਸਾਗ, ਮੱਕੀ ਦੀ ਰੋਟੀ, ਗਜਰੇਲਾ, ਮਠਿਆਈਆਂ ਤੇ ਲੀੜੇ ਕੱਪੜੇ, ਹੋਰ ਵੀ ਕਿੰਨਾ ਕੁਝ ਤੁੰਨ ਮੇਰੇ ਮੂੰਹ 'ਚ ਪਾਉਂਦਾ। ਆਖਦਾ ਮੇਰੀ ਕੱਲੀ ਸਰਫੇ ਦੀ ਭਾਣਜੀ। ਮੁੜ ਸਮੇਂ ਦਾ ਚੱਕਰ ਚੱਲਿਆ, ਫਿਰ ਹੋਸਟਲ, ਚੰਡੀਗੜ੍ਹ, ਦਿੱਲੀ ਤੇ ਅਖੀਰ ਕੈਨੇਡਾ। ਕਿੰਨੇ ਵਰੇ ਨਾਨਕਿਆਂ ਨਾਲ ਰਾਬਤਾ ਨਾ ਰੱਖ ਸਕੀ। ਮੇਰੀ ਮਾਂ ਜਾਂਦੀ ਵੇਰ ਆ ਕਹੀ ਸੀ ਕਿ ਮਾਮੇ ਨੂੰ ਮਿਲਦੀ ਗਿਲਦੀ ਰਹੀ। ਇੱਕ ਵਾਰ ਕੱਲੀ ਪੰਜਾਬ ਆਈ ਤਾਂ ਇੱਕ ਰਾਤ ਨਾਨਕੇ ਰਹਿਣ ਚਲੀ ਗਈ। ਉਹੀ ਘਰ, ਉਹੀ ਵਿਹੜਾ, ਉਹੀ ਮਾਹੌਲ, ਪਰ ਪਿੰਡ ਹੁਣ ਸ਼ਹਿਰ ਬਣ ਗਿਆ ਸੀ। ਹੁਣ ਮਾਮਾ ਵੀ ਇਕੱਲਾ ਹੀ ਰਹਿ ਗਿਆ ਸੀ। ਇੱਕ ਮੁੰਡਾ ਬਾਹਰ ਤੇ ਦੂਜਾ ਸਿਆਸਤਾਂ ਦੀ ਭੇਟ ਚੜ੍ਹ ਗਿਆ ਸੀ। ਪੂਰੇ 2 ਦਿਨ ਰਹੀ। ਅਤੀਤ ਵਰਤਮਾਨ ਬਣ ਗਿਆ। ਕਮਜ਼ੋਰ ਹੋ ਗਿਆ ਮਾਮਾ, ਹੁਣ ਡੰਡੇ ਨਾਲ ਤੁਰਦਾ। ਆਰਥਿਕ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਦਿਸੀ। ਫਿਰ ਵੀ ਦਿਲ ਦੀ ਕੋਈ ਗੱਲ ਨਾ ਦੱਸੀ। ਬਾਰ-ਬਾਰ ਬਸ ਇਹੀ ਆਖੀ ਜਾਂਦਾ, ਧੀਏ ਸ਼ਾਇਦ ਜਦੋਂ ਦੂਜੀ ਵੇਰ ਆਵੇਂ ਤੇ ਮੈਂ ਨਾ ਹੋਵਾਂ। ਤੁਰਨ ਲੱਗੀ ਕਿੰਨਾ ਸਾਰਾ ਪਿਆਰ ਤੇ 51 ਰੁਪਏ ਦਿੱਤੇ, ਨਾਲ ਹੰਝੂ ਵੀ ਆ ਗਏ। ਸ਼ਾਇਦ ਮੇਰੀ ਤੇ ਜਾਂ ਫਿਰ ਆਪਣੀ ਮਾਂ ਨੂੰ ਚੇਤੇ ਕਰ ਭਾਵੁਕ ਹੋ ਪਿਆ ਸੀ। ਆਪਣੇ ਨਿਆਣਿਆਂ ਦੀ ਮਾਂ ਨੂੰ ਤਾਂ ਅਕਸਰ ਅੰਦਰ ਵੜੀ ਯਾਦ ਕਰ ਲਿਆ ਕਰਦਾ ਸੀ। ਤੁਰਨ ਲੱਗੀ ਤਾਂ ਸ਼ਹਿਰ ਬੱਸ ਅੱਡੇ ਤੋਂ 3 ਪੱਗਾਂ, 2 ਕੁੜਤੇ, ਸੂਟ, ਚੁੰਨੀਆਂ ਤੇ ਹੋਰ ਵੀ ਕਿੰਨਾ ਕੁਝ ਲੈ ਲਿਆ। ਲੈ ਤਾਂ ਅੰਮ੍ਰਿਤਸਰੋਂ ਵੀ ਸਕਦੀ ਸੀ, ਪਰ ਇਹ ਸਭ ਕੁਝ ਕਾਦੀਆਂ ਵਾਲੇ ਮੋਮੀ ਲਿਫਾਫੇ 'ਚ ਹੀ ਚਾਹੀਦਾ ਸੀ। ਕੈਨੇਡਾ ਪੜ ਸਭ ਕੁਝ ਬੜੇ ਚਾਅ ਨਾਲ ਵਿਖਾਇਆ। ਦੱਸਿਆ ਕਿ ਸਾਰਾ ਕੁਝ ਨਾਨਕਿਆਂ ਤੋਂ ਮਿਲਿਆ, ਮਾਮੇ ਨੇ ਦਿੱਤਾ। ਇੰਨੀ ਗੱਲ ਸੁਣ ਸਭ ਕੁਝ ਖੁਸ਼ ਹੋਏ, ਕੁਝ ਚੁੱਪ ਜੇ ਕਰ ਗਏ। ਮਾਂ ਅਕਸਰ ਹੀ ਆਖਿਆ ਕਰਦੀ ਸੀ ਕਿ ਧੀਆਂ ਨੂੰ ਢੱਕਣੇ ਤੇ ਛਾਵਾਂ ਕਰਨੀਆਂ ਆਉਣੀਆਂ ਚਾਹੀਦੀਆਂ, ਉਹ ਵੀ ਉਦੋਂ ਜਦੋਂ ਸਾਂਝਾਂ ਵਾਲੇ ਵਿਹੜੇ ਦੀ ਹਿੱਕ ਤੇ ਉੱਗੇ ਵੱਡੇ ਰੁੱਖ ਵੱਢ ਦਿੱਤੇ ਗਏ ਹੋਣ ਤੇ ਤਿੱਖੀਆਂ ਧੁੱਪਾਂ ਨੂੰ ਵਜੂਦ ਤੇ ਦਿਲ ਸਾੜਨ ਦੀ ਆਦਤ ਪੈ ਗਈ ਹੋਵੇ। ਧੰਨਵਾਦ।